ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ। ਆਪਣੀ ਕਲਾਸ ਸੀ ਜੋ ਮਾਸਟਰ ਕੈਡਰ ETT ਦੇ ਨਾਲ ਚੱਲ ਰਹੀ ਸੀਗੀ। ਜੋ ETT ਦਾ ਮਾਸਟਰ ਕੈਡਰ ਦਾ ਐਗਜ਼ਾਮ ਹੋਣ ਜਾ ਰਿਹਾ ਪਰ ਪੰਜਾਬੀ ਦੇ ਸਿਲੇਬਸ ਦੇ ਨਾਲ ਚੱਲ ਰਹੀ ਸੀ। ਜੋ ਪਰਸੋਂ ਇੱਕ ਕਲਾਸ ਪਾਈ ਸੀ ਵਿਸ਼ਰਾਮ ਚਿੰਨ੍ਹ ਵਾਲੀ, ਜਿਸ ਦੇ ਵਿੱਚ ਮੈਂ ਤੁਹਾਨੂੰ ਤਕਰੀਬਨ 5 ਉਸ ਦੀਆਂ ਜੋ ਤਰੀਕੇ ਸੀ ਉਹ ਕਰਵਾਤੇ ਸੀ। ਮਤਲਬ ਕਿ ਜੋ ਉਸ ਦੀਆਂ ਉਹਦੇ ਵਿੱਚ ਵੱਖ-ਵੱਖ ਢੰਗ ਹੁੰਦੇ ਨੇ ਵਿਸਮਕ ਦੇ, ਵੀ ਕਿੰਨੀ ਕਿਸਮ ਦਾ ਹੁੰਦਾ। ਆਪਾਂ 5 ਕੀਤੇ ਸੀਗੇ। ਸੋ ਅੱਜ ਆਪਾਂ ਅੱਗੇ ਸਟਾਰਟ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਇੱਕ ਰਿਵੀਜ਼ਨ ਕਰਵਾ ਦਾਂ ਕਿ ਵਿਸ਼ਰਾਮ ਚਿੰਨ੍ਹ ਹੁੰਦੇ ਕੀ ਨੇ। ਜਿਵੇਂ ਕਿ ਆਪਾਂ ਉਸ ਦਿਨ ਪੜ੍ਹਿਆ ਸੀਗਾ ਕਿ ਪੰਜਾਬੀ ਦੇ ਵਿੱਚ ਜਦੋਂ ਆਪਾਂ ਵਾਕ ਨੂੰ ਲਿਖਦੇ ਹਾਂ, ਹੈ ਨਾ, ਜੇਕਰ ਆਪਾਂ ਵਾਕ ਨੂੰ ਐਸੇ ਟਾਈਪ ਲਿਖਦੀ ਜਾਈਏ ਤਾਂ ਉਹ ਵਾਕ ਕੀ ਹੁੰਦਾ, ਇੱਕ ਪ੍ਰੋਪਰ ਵਾਕ ਨਹੀਂ ਬਣ ਸਕਦਾ, ਕਿਉਂਕਿ ਉਸ ਦਾ ਕੋਈ ਮੀਨਿੰਗ ਨਹੀਂ ਨਿਕਲਦਾ। ਉਸ ਵਾਕ ਦੇ ਵਿੱਚ ਇੱਕ ਠਹਿਰਾਓ ਵਾਸਤੇ ਜਿਹੜੇ ਵੀ ਚਿੰਨ੍ਹ ਵਰਤੇ ਜਾਂਦੇ ਨੇ, ਜਿਵੇਂ ਡੰਡੀ ਹੋ ਗਈ, ਕੌਮਾ ਹੋ ਗਿਆ, ਬਿੰਦੀ ਹੋ ਗਈ, ਇਹ ਆਦਿ ਨੂੰ ਕੀ ਕਿਹਾ ਜਾਂਦਾ, ਵਿਸ਼ਰਾਮ ਚਿੰਨ੍ਹ। ਠੀਕ ਹੈ ਜੀ। ਸੋ ਅੱਜ ਆਪਾਂ ਜੋ ਸਟਾਰਟ ਕਰਾਂਗੇ ਪੁਆਇੰਟ 6 ਤੋਂ। ਆਪਾਂ ਪਿੱਛੇ 5 ਕਰ ਚੁੱਕੇ ਹਾਂ। ਜੋ ਆਪਣਾ ਅੱਜ ਹੋਵੇਗਾ, ਦੇਖੋ ਪਿੱਛੇ ਆਪਾਂ ਕਰੀ ਸੀ 5 ਪੁੱਠੇ ਕਾਮੇ। ਠੀਕ ਹੈ ਜੀ। ਪੁੱਠੇ ਕਾਮੇ ਕੀ ਹੁੰਦੇ ਨੇ? ਪੁੱਠੇ ਕਾਮੇ ਦੇਖੋ ਜਿਵੇਂ ਆਪਾਂ ਦੇਖਿਆ ਹੋਵੇਗਾ ਕਿ ਸਟਾਰਟ ਕਰਨ ਵੇਲੇ ਜਦੋਂ ਆਪਾਂ ਇਸ ਤਰ੍ਹਾਂ ਲਿਖਦੇ ਹਾਂ ਕਿਸੇ ਵੀ ਵਾਕ ਨੂੰ, ਉਹ ਚੀਜ਼ ਨੂੰ ਕਿਹਾ ਜਾਂਦਾ ਗਾ। ਪੁੱਠੇ ਕਾਮੇ ਹੁੰਦੇ ਕੀ ਨੇ? ਕਿਸੇ ਦੇ ਕਹੇ ਜਾਂ ਲਿਖੇ ਸ਼ਬਦਾਂ ਨੂੰ ਜਿਉਂ ਦਾ ਤਿਉਂ ਲਿਖਣ ਲਈ ਪੁੱਠੇ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਦੇਖੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜੋ 19 ਜਨਵਰੀ ਨੂੰ ਹੈ ਨਾ, ਇਹਦਾ PS ਟੈਟ ਦਾ ਪੇਪਰ ਹੋਇਆ ਸੀ, B.Ed ਦਾ ਹੋਏ ਤਾਂ ਦੋਨੇ ਸੀ, ਪਰ ਜਦੋਂ B.Ed ਦਾ ਐਗਜ਼ਾਮ ਸੀ, B.Ed ਦੇ ਐਗਜ਼ਾਮ ਦੇ ਵਿੱਚ ਇਹ ਕੋਈ ਕੁਐਸਚਨ ਆਇਆ ਸੀ ਕਿ ਕਾਮਿਆਂ ਦੀ ਵਰਤੋਂ ਜਾਂ ਪੁੱਠੇ ਕਾਮਿਆਂ ਦੀ ਵਰਤੋਂ ਕਿੱਥੇ ਹੁੰਦੀ ਹੈ। ਇਹ ਕੁਐਸਚਨ ਉਸ ਦੇ ਵਿੱਚ ਆਇਆ ਸੀਗਾ। ਤਾਂ ਉਹਨੇ ਉਸ ਦੇ ਵਿੱਚ 4 ਆਪਸ਼ਨਾਂ ਸੀ। ਚਾਰੇ ਆਪਸ਼ਨਾਂ ਦੇ ਵਿੱਚ ਇੱਕ ਆਪਸ਼ਨ ਇਹ ਵੀ ਦਿੱਤੀ ਹੋਈ ਸੀ ਕਿ ਕਿਸੇ ਦੀ ਗੱਲ ਨੂੰ ਜਿਉਂ ਦਾ ਤਿਉਂ ਲਿਖਣ ਲਈ ਤਾਂ ਪੁੱਠੇ ਕਾਮੇ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ। ਕਿਸੇ ਦੀ ਕਹੀ ਹੋਈ ਗੱਲ ਨੂੰ ਜਾਂ ਕਿਸੇ ਦੇ ਲਿਖੇ ਹੋਏ ਸ਼ਬਦਾਂ ਨੂੰ ਜਿਉਂ ਦਾ ਤਿਉਂ, ਜਿਵੇਂ ਆਪਾਂ ਕਾਪੀ ਕਰਕੇ ਲਿਖਣਾ ਹੋਵੇ, ਉਸ ਟਾਈਮ ਕੀ ਹੁੰਦੀ ਹੈ, ਪੁੱਠੇ ਕਾਮਿਆਂ ਦੀ ਵਰਤੋਂ ਹੁੰਦੀ ਹੈ। ਇੱਕ ਦੂਸਰੀ ਕਿਸਮ ਕਿਹੜੀ ਹੈ? ਦੇਖੋ, ਜੇਕਰ ਆਪਾਂ ਕਿਸੇ ਦੀ ਦੁਆਰਾ ਲਿਖਿਆ ਹੋਇਆ ਨਾਵਲ ਜਾਂ ਪੁਸਤਕ ਲਿਖਣੀ ਹੋਵੇ, ਹੈ ਨਾ, ਜਿਵੇਂ ਨਾਨਕ ਸਿੰਘ ਇੱਕ ਪ੍ਰਸਿੱਧ ਰਾਈਟਰ ਹੋਇਆ ਪੰਜਾਬੀ ਦਾ, ਹੈ ਨਾ, ਜਿਸ ਨੇ ਕੀ ਲਿਖੇ ਨੇ, ਨਾਵਲ ਲਿਖੇ ਨੇ। ਹੁਣ ਦੇਖੋ ਜਿਵੇਂ ਆਪਾਂ ਲਿਖਣਾ ਹੋਵੇ ਕਿ ਉਹਦੇ ਨਾਵਲ ਕਿਹੜੇ ਨੇ, ਜਿਵੇਂ ਚਿੱਟਾ ਲਹੂ ਲਾ ਲਓ, ਹੈ ਨਾ, ਨਾਨਕ ਸਿੰਘ ਰਚਿਤ, ਨਾਨਕ ਸਿੰਘ ਦੇ ਦੁਆਰਾ ਜੋ ਰਚਿਆ ਹੋਇਆ ਨਾਵਲ ਹੈ ਚਿੱਟਾ ਲਹੂ। ਹੁਣ ਦੇਖੋ ਜਿਵੇਂ ਆਪਾਂ ਚਿੱਟਾ ਲਹੂ ਲਿਖਣਾ ਹੈ ਤਾਂ ਉਹ ਕਿਸ ਤਰ੍ਹਾਂ ਲਿਖਿਆ ਜਾਵੇਗਾ? ਉਹ ਕੌਮਿਆਂ ਦੇ ਵਿੱਚ ਲਿਖਿਆ ਜਾਵੇਗਾ। ਭਾਵ ਕਿ ਕਿਸੇ ਦੇ ਦੁਆਰਾ ਲਿਖਿਆ ਹੋਇਆ ਕੋਈ ਵੀ ਪੁਸਤਕ ਜਾਂ ਕੋਈ ਵੀ ਨਾਵਲ ਨੂੰ ਲਿਖਣ ਵੇਲੇ ਵੀ ਆਪਾਂ ਕੀ ਕਰਾਂਗੇ, ਪੁੱਠੇ ਕਾਮਿਆਂ ਦੀ ਵਰਤੋਂ ਕਰਾਂਗੇ। ਠੀਕ ਹੈ ਜੀ। ਹੁਣ ਦੇਖੋ ਜਿਵੇਂ ਇਸ ਦੇ ਵਿੱਚ ਇੱਕ ਮੈंने ਵਾਕ ਵੀ ਲਿਖਿਆ ਹੋਇਆ ਹੈ ਕਿ ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ। ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਕਰਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ। ਠੀਕ ਹੈ ਜੀ। ਗੱਲ ਕਲੀਅਰ ਹੋ ਗਈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਦੁਬਿੰਦੀ ਦੀ। ਦੁਬਿੰਦੀ ਕਿਹੜੀ ਹੁੰਦੀ ਹੈ? ਦੇਖੋ ਜਿਵੇਂ ਆਪਾਂ ਇਹ ਪਾਉਣੇ ਨਾ ਵਾਕ ਦੇ ਵਿੱਚ, ਸੌਰੀ ਇਸ ਤਰ੍ਹਾਂ ਲਾ ਲਓ, ਇਹ 2 ਲਿਖੀਆਂ ਹੁੰਦੀਆਂ ਨੇ ਨਾ, ਉਸ ਦੀ ਗੱਲ ਕਰ ਰਹੇ ਆਪਾਂ। ਦੁਬਿੰਦੀ ਜਦੋਂ ਵਾਕ ਦੇ 2 ਹਿੱਸੇ ਹੋਣ, ਉਸ ਗੱਲ ਨੂੰ ਥੋੜ੍ਹੀ ਕਲੀਅਰ ਸਮਝਣਾ। ਦੇਖੋ ਜਿਵੇਂ ਆਪਾਂ ਕੋਈ ਵਾਕ ਲਿਖਦੇ ਹਾਂ, ਮੰਨ ਲਓ ਇਹੀ ਵਾਕ ਆ ਨਾ ਆਪਣਾ, ਇਹ ਇੱਕ ਪੂਰਾ ਵਾਕ ਲਿਖਿਆ ਹੈ, ਪੂਰਾ ਵੱਡਾ ਵਾਕ ਆ ਨਾ, ਇਸ ਦੇ ਆਪਾਂ ਟੋਟੇ ਕਰਨੇ। ਮੈਂ ਹਮੇਸ਼ਾ ਮਿਹਨਤ ਅਤੇ ਲਗਨ ਵਾਲੇ, ਇੱਥੇ ਤੱਕ ਕਰ ਲਓ। ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਵਾਲੇ ਵਾਕ ਇਹ ਇੱਕ ਹੈ, ਜਿਹਦੇ ਆਪਾਂ 2 ਟੋਟੇ ਕਰਨੇ, ਅੱਧਾ ਇਹ ਹੋ ਗਿਆ, ਅੱਧਾ ਇਹ ਹੋ ਗਿਆ, ਇੱਥੋਂ ਤੱਕ ਮੰਨ ਲਓ ਅੱਧਾ ਇਹਨੂੰ। ਠੀਕ ਹੈ ਜੀ। ਹੁਣ ਦੇਖੋ ਜਦੋਂ ਇੱਕ ਵਾਕ ਹੋਵੇ ਉਸ ਦੇ 2 ਟੋਟੇ ਕਰ ਲਏ ਹੋਣ, ਹੈ ਨਾ, ਪਰ ਜਿਹੜਾ ਪਹਿਲਾ ਵਾਕ ਹੈ ਉਹ ਪੂਰਾ ਹੋਵੇ ਅਤੇ ਜਿਹੜਾ ਦੂਸਰਾ ਵਾਕ ਹੈ ਪਹਿਲੇ ਦੀ ਵਿਆਖਿਆ ਕਰੀ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਜਿਹੜਾ ਦੂਸਰਾ ਵਾਕ ਹੈ ਪਹਿਲੇ ਦੀ ਵਿਆਖਿਆ ਕਰੀ। ਹੁਣ ਦੇਖੋ ਜਿਵੇਂ ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਵਾਲੀ, ਇਹ ਵਾਕ ਕੀ ਹੋ ਗਿਆ? ਪੂਰਾ ਹੋ ਗਿਆ? ਨਹੀਂ ਹੋਇਆ ਨਾ। ਇਹ ਤਾਂ ਹੀ ਪੂਰਾ ਹੋਊ ਜੇਕਰ ਇਹ ਲੱਗੂਗਾ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ, ਵਿਦਿਆਰਥੀਆਂ ਦੀ ਕਦਰ ਕਰਦਾ ਹਾਂ। ਹੁਣ ਇਹੀ ਵਾਕ ਇਸ ਅੱਧੇ ਵਾਕ ਦੇ ਉੱਪਰ ਕੀ ਕਰ ਰਿਹਾ? ਪੂਰਾ ਪ੍ਰਭਾਵ ਪਾ ਰਿਹਾ, ਤਾਂ ਹੀ ਵਾਕ ਪੂਰਾ ਹੋਇਆ ਨਾ। ਉਸ ਦੀ ਗੱਲ ਕਰ ਰਹੇ ਆਪਾਂ। ਜਦੋਂ ਵਾਕ ਦੇ 2 ਟੋਟੇ ਕਰ ਲਏ ਜਾਣ ਅਤੇ ਜਿਹੜਾ ਪਿਛਲਾ ਵਾਕ ਹੈ ਪਹਿਲੇ ਵਾਕ ਦੇ ਉੱਪਰ ਆਪਣਾ ਕੀ ਕਰੇ? ਪ੍ਰਭਾਵ ਪਾਵੇ, ਤਾਂ ਉਹਨਾਂ ਨੂੰ ਨਿਖੇੜਨ ਦੇ ਲਈ ਪਹਿਲੇ ਵਾਕ ਦੇ ਅੰਤ ਵਿੱਚ ਮੰਨ ਲਓ ਇਹਨਾਂ ਨੂੰ ਹੁਣ ਦੋਨਾਂ ਨੂੰ ਅਲੱਗ ਕਰਨ ਵਾਸਤੇ, ਦੇਖੋ ਆਪਾਂ ਅਲੱਗ ਕਰਕੇ ਹੁਣ ਇਹਨਾਂ ਨੂੰ ਅਲੱਗ ਕਰਨ ਵਾਸਤੇ ਇੱਥੇ ਕੀ ਪਾਤੀ? ਬਿੰਦੀ ਪਾਤੀ। ਇਹਨਾਂ ਦੋਨਾਂ ਨੂੰ ਅਲੱਗ ਕਰਨ ਵਾਸਤੇ ਕੀ ਕਰਿਆ ਜਾਂਦਾ ਹੈਗਾ?
ਐਂਡ ਵੀ ਅੰਤ ਦੇ ਵਿੱਚ ਜਿਹੜੀ ਬਿੰਦੀ ਲਾਈ ਜਾਂਦੀ ਹੈ ਉਸੇ ਕਰਕੇ ਹੀ ਕੀ ਹੁੰਦਾ ਵਾਕ ਪੂਰਾ ਹੁੰਦਾ। ਹੁਣ ਦੇਖੋ ਜਿਵੇਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਹੋਰ ਦੇ ਦਾਂ, ਆਹ ਦੇਖੋ ਜਿਵੇਂ ਵਾਕ ਲਿਖਿਆ ਬਸ ਮੈਨੂੰ ਇਹ ਕੁਝ ਚਾਹੀਦਾ ਹੈ, ਕਿ ਬਸ ਮੈਨੂੰ ਇਹੀ ਕੁਝ ਚਾਹੀਦਾ। ਕੀ ਚਾਹੀਦਾ? 2 ਕਮੀਜ਼ਾਂ 2 ਪੈਂਟਾਂ। ਹੁਣ ਦੇਖੋ ਇਸ ਵਾਕ ਦੇ ਉੱਪਰ ਆ ਜਾਓ, ਹੁਣ ਇਹ ਵਾਕ ਕੀ ਪੂਰਾ ਹੋ ਗਿਆ? ਬਸ ਮੈਨੂੰ ਇਹੀ ਕੁਝ ਚਾਹੀਦਾ। ਹੁਣ ਜੇਕਰ ਆਪਾਂ ਕੀ ਦੱਸਾਂਗੇ ਕਿ ਆਪਾਂ ਨੂੰ ਕੀ ਚਾਹੀਦਾ ਤਾਂ ਹੀ ਵਾਕ ਪੂਰਾ ਹੋਊਗਾ। 2 ਕਮੀਜ਼ਾਂ 2 ਪੈਂਟਾਂ, ਜਿਹੜੇ ਇਹ ਅਧੂਰਾ ਇਹ ਵਾਕ ਹੈ ਪਿਛਲਾ, ਇਹ ਵਾਕ ਪਹਿਲੇ ਉੱਪਰ ਕੀ ਕਰ ਰਿਹਾ? ਆਪਣਾ ਪੂਰਾ ਪ੍ਰਭਾਵ ਪਾ ਰਿਹਾ ਹੈਗਾ। ਠੀਕ ਹੈ ਜੀ। ਅਜਿਹੇ ਵਾਕਾਂ ਦੇ ਵਿੱਚ ਇੱਥੇ ਜਿਹੜੀ ਦਵਿੰਦੀ ਦੀ ਵਰਤੋਂ ਹੁੰਦੀ ਹੈ। ਸਮਝ ਕੇ ਗੱਲ ਨੂੰ? ਗੱਲ ਕਲੀਅਰ ਹੋ ਗਈ ਹੋਊਗੀ ਹੈ ਨਾ। ਉਸ ਤੋਂ ਬਾਅਦ ਇੱਕ ਗੱਲ ਹੋਰ ਹੈ, ਦੇਖੋ ਜਦੋਂ ਸ਼ਬਦਾਂ ਨੂੰ ਸੰਖੇਪ ਕਰਕੇ ਲਿਖਣਾ ਹੋਵੇ, ਜਦੋਂ ਸ਼ਬਦਾਂ ਨੂੰ ਭਾਵ ਪੂਰੀ ਤਰ੍ਹਾਂ ਖੋਲ੍ਹ ਕੇ ਲਿਖਣਾ ਹੋਵੇ ਉਦੋਂ ਵੀ ਕੀ ਕੀਤੀ ਜਾਂਦੀ? ਬਿੰਦੀ ਦੀ ਵਰਤੋਂ ਕੀਤੀ ਜਾਂਦੀ। ਹੁਣ ਦੇਖੋ ਜਿਵੇਂ ਆਪਾਂ ਕੋਈ ਐਪਲੀਕੇਸ਼ਨ ਲਿਖਦੇ ਹਾਂ ਨਾ ਜਾਂ ਕੋਈ ਹੋਰ ਲਿਖਦੇ ਹਾਂ, ਹੁਣ ਦੇਖੋ ਜਿਵੇਂ ਆਪਾਂ ਲਿਖੀਏ ਪ੍ਰਿੰਸੀਪਲ, ਇੱਥੇ ਵੀ ਕੀ ਹੋਊਗੀ? ਡਬਲ ਬਿੰਦੀ ਦੀ ਵਰਤੋਂ ਹੋਊਗੀ। ਕੀ ਹੋਊਗੀ? ਡਬਲ ਬਿੰਦੀ ਦੀ ਵਰਤੋਂ ਹੋਊਗੀ। ਹੁਣ ਦੇਖੋ ਜਿਵੇਂ ਆਪਾਂ ਲਿਖਣਾ ਹੋਵੇ ਸਰਦਾਰ, ਸਰਦਾਰ, ਇੱਥੇ ਵੀ ਕੀ ਹੋਊਗੀ? ਡਬਲ ਬਿੰਦੀ ਦੀ ਵਰਤੋਂ। ਭਾਵ ਕੀ ਹੈ? ਇਹ ਚੀਜ਼ਾਂ ਪਿਛਲੇ ਇਹੀ ਚੀਜ਼ਾਂ ਕੀ ਹੁੰਦੀਆਂ ਨੇ? ਦਵਿੰਦੀ ਦੀ ਵਰਤੋਂ ਨਾਲ ਵਾਕ ਪੂਰੇ ਹੋ ਜਾਂਦੇ ਨੇ। ਸਮਝ ਆ ਗਈ ਜੀ ਗੱਲ? ਇਸ ਤੋਂ ਬਾਅਦ ਤੁਸੀਂ ਬੁੱਕ ਲੈ ਕੇ ਜ਼ਰੂਰ ਪੜ੍ਹਨੀ, ਕਿਉਂਕਿ ਥੋੜ੍ਹੇ ਸਮਝਾਉਣਾ ਵੀ ਕਿਵੇਂ ਜੀ ਲੱਗ ਜਾਂਦਾ ਹੈ। ਜੇਕਰ ਤੁਸੀਂ ਪਿੱਛੋਂ ਬੁੱਕ ਨੂੰ ਪੜ੍ਹੋਗੇ ਤਾਂ ਤੁਹਾਨੂੰ ਜਿਹੜੀ ਸਾਰੀ ਗੱਲ ਉਹ ਕਲੀਅਰ ਹੋ ਜਾਊਗੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਡੈਸ਼। ਡੈਸ਼ ਤਾਂ ਤੁਸੀਂ ਸਮਝ ਗਏ ਹੋਵੋਗੇ, ਜੋ ਇਸ ਤਰ੍ਹਾਂ ਦਾ ਚਿੰਨ੍ਹ ਹੁੰਦਾ। ਇਹ ਦੇਖਣ ਵਿੱਚ ਤਾਂ ਕੀ ਲੱਗਦਾ? ਜੋੜਨੀ ਵਰਗਾ ਲੱਗਦਾ। ਜੋੜਨੀ ਕਿਹੜੀ ਹੁੰਦੀ? ਜਿਹੜੀ 2 ਵਾਕਾਂ ਨੂੰ ਆਪਸ ਦੇ ਵਿੱਚ ਜੋੜਦੀ ਹੈ। ਪਰ ਕੀ ਹੁੰਦਾ ਗਾ? ਇਹ ਜੋੜਨੀ ਤੋਂ ਵੱਡਾ ਹੁੰਦਾ ਗਾ। ਜਿਹੜੀ ਜੋੜਨੀ ਹੁੰਦੀ ਉਹ ਤਾਂ ਛੋਟੀ ਜਿਹੀ ਹੁੰਦੀ ਹੈ ਨਾ, ਵੀ ਆਪਾਂ ਛੋਟੀ ਮੰਨ ਕੇ ਚੱਲੋ ਉਸ ਨੂੰ। ਪਰ ਡੈਸ਼ ਕੀ ਹੁੰਦਾ? ਵੱਡਾ ਹੁੰਦਾ ਗਾ। ਇਹ ਦੇਖਣ ਦੇ ਵਿੱਚ ਜੋੜਨੀ ਵਰਗਾ ਲੱਗਦਾ ਪਰ ਜੋੜਨੀ ਤੋਂ ਵੱਡਾ ਹੁੰਦਾ ਹੈ ਲੰਬਾਈ ਦੇ ਵਿੱਚ। ਹੁਣ ਇਸ ਦੀ ਵਰਤੋਂ ਦੇਖੋ ਕੀਤੀ ਜਾਂਦੀ ਹੈ ਜਦੋਂ ਕਿਸੇ ਦੀ ਕਹੀ ਗੱਲ ਨੂੰ ਅਸਲ ਰੂਪ ਦੇ ਵਿੱਚ ਦੱਸਣਾ ਹੋਵੇ, ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਅਸਲੀ ਰੂਪ ਦੇਣਾ ਹੋਵੇ। ਜਿਵੇਂ ਮੁੱਖ ਅਧਿਆਪਕ ਨੇ ਕਿਹਾ ਵਿਦਿਆਰਥੀਓ ਤੁਹਾਨੂੰ ਛੁੱਟੀਆਂ ਹੋ ਗਈਆਂ ਹਨ। ਜਿਵੇਂ ਮੁੱਖ ਅਧਿਆਪਕ ਨੇ ਕਿਹਾ ਕਿ ਵਿਦਿਆਰਥੀਓ ਤੁਹਾਨੂੰ ਛੁੱਟੀਆਂ ਹੋ ਗਈਆਂ ਹਨ। ਹੁਣ ਦੇਖੋ ਜਿਵੇਂ ਮੁੱਖ ਅਧਿਆਪਕ ਨੇ ਕਿਹਾ ਹੈ ਨਾ, ਮੁੱਖ ਅਧਿਆਪਕ ਨੇ ਕਿਹਾ, ਹੁਣ ਇਹਦੇ ਪਿੱਛੇ ਕੀ ਹੋਊਗਾ? ਇੱਕ ਲੰਬਾ ਡੈਸ਼ ਲੱਗ ਜੂਗਾ। ਉਸ ਤੋਂ ਬਾਅਦ ਹੀ ਹੋਊਗਾ ਥੋੜ੍ਹਾ ਜਿਹਾ, ਇਹਦਾ ਮਤਲਬ ਕੀ ਹੈ? ਗੈਪ ਪਾ ਕੇ, ਭਾਵ ਗੈਪ ਪਾ ਕੇ ਫਿਰ ਉਹ ਕੀ ਹੋਊਗਾ? ਵਿਦਿਆਰਥੀਓ ਤੁਹਾਨੂੰ ਛੁੱਟੀਆਂ ਹੋ ਗਈਆਂ। ਅਜਿਹੀਆਂ ਚੀਜ਼ਾਂ ਦੇ ਵਿੱਚ ਕੀ ਕੀਤੀ ਜਾਂਦੀ ਹੈ? ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਆਸ ਹੈ ਕਿ ਤੁਹਾਨੂੰ ਜਿਹੜੀ ਸਾਰੀ ਗੱਲ ਉਹ ਸਮਝ 'ਚ ਆ ਰਹੀ ਹੈ, ਕਿਉਂਕਿ ਥੋੜ੍ਹੀ ਬਸ ਸਮਝਣ ਦੀ ਕੋਸ਼ਿਸ਼ ਕਰਿਓ, ਇਹਦੇ ਵਿੱਚ ਹੋਰ ਹੈ ਕੁਛ ਵੀ ਨਹੀਂ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਜਦੋਂ ਆਪਾਂ ਕੋਈ ਦੁੱਖ ਦੇ ਵਿੱਚ ਹੋਈਏ ਹੈ ਨਾ, ਜਾਂ ਜਦੋਂ ਕੋਈ ਵਿਅਕਤੀ ਹੱਕ ਪਾ ਕੇ ਜੇ ਬੋਲਦਾ ਹੈਗਾ ਉਦੋਂ ਵੀ ਇਹ ਕੀ ਹੁੰਦਾ ਹੈਗਾ? ਦੇਖੋ ਜਿਵੇਂ ਆਪਾਂ ਇੱਕ ਪਿੱਛੇ ਪੜ੍ਹੇ ਸੀ ਨਾ, ਕੀ ਸੀਗਾ ਉਹ? ਜਿਵੇਂ ਖੁਸ਼ੀ ਦੇ ਭਾਵ ਪ੍ਰਗਟ ਕਰਨੇ ਹੋਣ ਜਾਂ ਗਮੀ ਦੇ ਭਾਵ ਪ੍ਰਗਟ ਕਰਨੇ ਹੋਣ, ਉਸੇ ਤਰ੍ਹਾਂ ਦੀ ਚੀਜ਼ ਹੈ ਇਹ। ਜਿਵੇਂ ਕਿਸੇ ਦੀ ਗੱਲ ਨੂੰ ਹਟਕੋਰਿਆਂ ਨਾਲ ਦੱਸਣਾ ਹੋਵੇ, ਭਾਵ ਦੁੱਖ ਭਰੀ ਗੱਲ ਨੂੰ ਦੱਸਣਾ ਹੋਵੇ ਨਾ, ਜਿਵੇਂ ਹਾਏ, ਇਹਦੇ ਪਿੱਛੇ ਵੀ ਇੱਕ ਲੰਬਾ ਡੈਸ਼ ਲੱਗ ਜੂ ਹੈ ਨਾ। ਇਹ ਮਾਂ, ਇਹ ਚੀਜ਼ਾਂ ਭਾਵ ਉਹ ਕੀ ਹੈ? ਦੁੱਖ ਦੇ ਵਿੱਚ ਕੀ ਹੈ? ਦੁੱਖ ਦੇ ਵਿੱਚ ਹੈ। ਅਜਿਹੇ ਵਾਕਾਂ ਦੇ ਵਿੱਚ ਵੀ ਕੀ ਹੁੰਦੀ ਹੈ? ਡੈਸ਼ ਦੀ ਵਰਤੋਂ ਹੁੰਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਜੋੜਨੀ ਦੀ। ਜੋੜਨੀ ਕਿਹੜੀ ਹੁੰਦੀ ਹੈ? ਜਿਹੜੀ 2 ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੀ ਹੈ। 2 ਵਾਕਾਂ ਨੂੰ ਜਾਂ 2 ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੀ। ਦੇਖਣ ਦੇ ਵਿੱਚ ਤਾਂ ਡੈਸ਼ ਵਰਗੀ ਲੱਗਦੀ ਹੈ ਪਰ ਡੈਸ਼ ਤੋਂ ਕੀ ਹੁੰਦੀ ਹੈ? ਇਹ ਛੋਟੀ ਹੁੰਦੀ ਹੈਗੀ। ਇਹ ਚਿੰਨ੍ਹ ਕੀ ਹੈ? 2 ਜਾਂ 2 ਤੋਂ ਵੱਧ ਵਾਕਾਂ ਨੂੰ ਆਪਸ ਵਿੱਚ ਜੋੜ ਕੇ ਇੱਕ ਸ਼ਬਦ ਬਣਾ ਦਿੰਦਾ। ਜਿਵੇਂ ਚਾਹ ਪਾਣੀ, ਪੜ੍ਹਾਈ ਲਿਖਾਈ ਹੈ ਨਾ, ਜਾਂ ਰੋਟੀ ਰਾਟੀ, ਕੰਮ ਧੰਦਾ ਹੈ ਨਾ, ਉਹ ਚੀਜ਼ਾਂ ਹੋ ਗਈਆਂ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਦੁਬਿੰਦੀ ਦੀ। ਦੁਬਿੰਦੀ ਕਿਹੜੀ ਨੇ? ਇਸ ਦੀ ਵਰਤੋਂ ਦੁਬਿੰਦੀ ਡੈਸ਼, ਇਸ ਦੀ ਵਰਤੋਂ ਵੀ ਕੀ ਹੁੰਦੀ ਹੈ? ਦੁਬਿੰਦੀ ਵਾਲੀ ਹੁੰਦੀ ਹੈ। 2 ਬਿੰਦੀਆਂ ਜਿਵੇਂ ਆਪਾਂ ਪਿੱਛੇ ਪੜ੍ਹ ਕੇ ਗਏ ਨਾ, 2 ਬਿੰਦੀਆਂ ਵਾਲੀ ਕਿਹੜੀ ਸੀ? ਆ ਦੇਖੋ ਜਦੋਂ ਵਾਕ ਦੇ 2 ਹਿੱਸੇ ਹੋਣ, ਪਹਿਲਾ ਜਿਹੜਾ ਪੂਰਾ ਵਾਕ, ਜਿਹੜਾ ਪਹਿਲਾ ਅੱਧਾ ਵਾਕ ਹੈ ਅਤੇ ਜਿਹੜਾ ਦੂਸਰਾ ਵਾਕ ਉਹ ਪਹਿਲੇ ਵਾਕ ਦੇ ਉੱਪਰ ਕੀ ਕਰੇ? ਆਪਣਾ ਪੂਰਾ ਪ੍ਰਭਾਵ ਪਾਵੇ, ਉਹਨਾਂ ਨੂੰ ਨਿਖੇੜਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ। ਬਿੰਦੀ ਜਿਹੜੇ 2 ਬਿੰਦੀਆਂ ਨੇ 2 ਵਾਕਾਂ ਨੂੰ ਆਪਸ ਦੇ ਵਿੱਚ ਅੱਧ ਕਰਦੀਆਂ ਨੇ। ਠੀਕ ਹੈ ਜੀ। ਉਹ ਚੀਜ਼ ਦੱਸੀ ਸੀ ਤੁਹਾਨੂੰ ਪਿੱਛੇ। ਉਸ ਤੋਂ ਬਾਅਦ ਹੋ ਗਈ ਗੱਲ ਛੁੱਟ ਮਰੋੜੀ ਦੀ। ਛੁੱਟ ਮਰੋੜੀ ਕਿਹੜੀ ਹੁੰਦੀ ਹੈ? ਬੋਲ ਚਾਲ ਦੀ ਭਾਸ਼ਾ ਲਿਖਣ ਵੇਲੇ ਕੋਈ ਅੱਖਰ ਛੱਡਿਆ ਜਾਂਦਾ ਹੈ।
ਬੋਲ ਚਾਲ ਦੀ ਭਾਸ਼ਾ ਲਿਖਣ ਵੇਲੇ ਜਦੋਂ ਕੋਈ ਅੱਖਰ ਛੱਡਿਆ ਜਾਂਦਾ ਤਾਂ ਉਸ ਦੀ ਥਾਂ ਤੇ ਕੀ ਕਰਿਆ ਨਾ ਛੁੱਟ ਮਰੋੜੀ ਹੈ ਪਾਈ ਇਹਨੇ। ਹੁਣ ਦੇਖੋ ਜਿਵੇਂ ਆਪਾਂ ਕਈ ਵਾਰ ਲਿਖਦੇ ਹਾਂ ਨਾ ਵਿੱਚ, ਜਿਵੇਂ ਆਪਾਂ ਲਿਖ ਲਏ ਵਿੱਚ, ਹੁਣ ਕਈ ਵਾਰ ਕੀ ਹੁੰਦਾ ਆਪਾਂ ਵਿੱਚ ਲਿਖਦੇ ਨਹੀਂ, ਇਕੱਲਾ ਕੀ ਕਰਦੇ ਨੇ ਚੱਚਾ ਪਾ ਜਾਂਦੇ ਉੱਥੇ, ਤਾਂ ਇਹ ਕੀ ਹੈ, ਇਹ ਛੁੱਟ ਮਰੋੜੀ ਜਿਹੜੀ ਇਸ ਤਰ੍ਹਾਂ ਕਰਕੇ ਲਿਖੀ ਜਾਂਦੀ ਹੈ ਜਿਵੇਂ ਇਹ ਲਿਖਤਾ ਆਪਾਂ ਨੇ। ਭਾਵ ਕਿ ਬੋਲਚਾਲ ਦੀ ਭਾਸ਼ਾ ਨੂੰ ਲਿਖਣ ਵੇਲੇ ਛੋਟਾ ਕਰਕੇ ਜਦੋਂ ਲਿਖਿਆ ਜਾਵੇ ਉਸ ਚੀਜ਼ ਨੂੰ ਕੀ ਕਿਹਾ ਜਾਂਦਾ ਗਾ, ਛੁੱਟ ਮਰੋੜੀ ਕਿਹਾ ਜਾਂਦਾ ਗਾ। ਜਿਵੇਂ ਤੁਹਾਨੂੰ ਹੋਰ ਐਗਜ਼ਾਮਪਲਾਂ ਦੇਣਾ ਮੈਂ, ਜਿਵੇਂ ਆਪਾਂ ਲਿਖ ਲਈਏ ਇਕੱਠ ਲਿਖਣਾ ਹੋਵੇ ਹੈ ਨਾ, ਇਕੱਠ ਤਾਂ ਇਹ ਵੀ ਹੋ ਗਿਆ ਹੈ ਨਾ, ਇਹ ਲਿਖਤਾ ਆਪਾਂ ਨੇ। ਹੁਣ ਜਿਵੇਂ ਆਪਾਂ ਇਹਨੂੰ ਕੱਲਾ ਕਰਕੇ ਲਿਖਣਾ ਹੋਵੇ, ਜਿਵੇਂ ਅੱਗੇ ਆਪਾਂ ਕੌਮਾ ਪਾ ਲਿਆ, ਕੱਲਾ ਕੀ ਲਿਖਤਾ ਇਕੱਠ, ਤਾਂ ਉਹ ਜਿਹੜਾ ਆਪਾਂ ਸਮਝ ਜਾਂਦੇ ਕਿ ਇਹ ਕੀ ਹੈ, ਛੁੱਟ ਮਰੋੜੀ ਦਾ ਨਿਸ਼ਾਨ ਹੈ। ਤਾਂ ਇੱਥੇ ਕੀ ਲਿਖਿਆ ਹੋਇਆ, ਇਕੱਠ ਨਹੀਂ ਹੈਗਾ, ਇਹ ਇਕੱਠ ਲਿਖਿਆ ਹੋਇਆ, ਠੀਕ ਹੈ ਜੀ। ਤਾਂ ਇਹ ਉਹੀ ਗੱਲ ਹੋ ਗਈ ਕਿ ਜਦੋਂ ਕੋਈ ਅੱਖਰ ਛੱਡਿਆ ਜਾਂਦਾ ਤਾਂ ਉਸ ਦੇ ਥਾਂ 'ਤੇ ਕੀ ਕੀਤਾ ਜਾਂਦਾ ਕਿ ਛੁੱਟ ਮਰੋੜੀ ਦੀ ਵਰਤੋਂ ਕੀਤੀ ਜਾਂਦੀ। ਉਸ ਤੋਂ ਬਾਅਦ ਆ ਗਈ ਬਿੰਦੀ। ਪੰਜਾਬੀ ਭਾਸ਼ਾ ਵਿੱਚ ਜਿਹੜੀ ਇਸ ਦੀ ਵਰਤੋਂ ਅੱਜ ਕੱਲ੍ਹ ਬਹੁਤ ਘੱਟਦੀ ਜਾ ਰਹੀ ਹੈ ਬਿੰਦੀ ਦੀ, ਪਰ ਫਿਰ ਵੀ ਜਦੋਂ ਆਪਾਂ ਕੋਈ ਡਿਗਰੀਆਂ ਦੇ ਨਾਮ ਲਿਖਦੇ ਜਾਂ ਕੋਈ ਕਿਤਾਬਾਂ ਦੇ ਨਾਮ ਲਿਖਦੇ ਹਾਂ ਤਾਂ ਉਦੋਂ ਕੀ ਕੀਤੀ ਜਾਂਦੀ, ਡਿਗਰੀ ਦੀ ਬਿੰਦੀ ਦੀ ਵਰਤੋਂ ਕੀਤੀ ਜਾਂਦੀ। ਜਿਵੇਂ MA ਹੋ ਗਈ, BEd ਹੋ ਗਈ, MLA ਹੋ ਗਿਆ, ਇਹਦਾ ਕੀ ਹੋ ਗਿਆ, ਸਰਦਾਰ ਬਹਾਦਰ ਹੋ ਗਿਆ, ਭਾਈ ਸਾਹਿਬ ਹੋ ਗਿਆ, ਠੀਕ ਹੈ ਜੀ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਸਮਝ 'ਚ ਆਈ ਹੋਊਗੀ। ਬਹੁਤ ਥੋੜ੍ਹਾ ਟਾਈਮ ਸੀ ਵੀਡੀਓ ਬਣਾਉਣ ਵਾਸਤੇ, ਪਰ ਫਿਰ ਵੀ ਆਸ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਚੁੱਕਿਆ ਹੋਊਗਾ। ਇਸ ਤੋਂ ਬਾਅਦ ਤੁਸੀਂ ਕੋਈ ਬੁੱਕ ਲੈ ਕੇ ਜ਼ਰੂਰ ਪੜ੍ਹਨਾ ਤਾਂ ਕਿ ਜਿਹੜੇ ਤੁਹਾਡੇ ਟੌਪਿਕ ਉਹ ਪੂਰੀ ਤਰ੍ਹਾਂ ਕਲੀਅਰ ਹੋ ਜੇ। ਸੋ ਥੈਂਕ ਯੂ।